ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਕਮਲਦੀਪ ਸਿੰਘ। ਇਸ ਟਾਈਮ ਅਸੀਂ ਪਹੁੰਚੇ ਹੋਏ ਜੀ ਸ਼ੰਭੂ ਤੇ ਜਿੱਥੇ ਸਾਡੇ ਪੰਜਾਬ ਦੇ ਬਜ਼ੁਰਗ ਬੈਠੇ ਹੋਏ ਆ ਧਰਨੇ ਤੇ ਰੇਲਵੇ ਟਰੈਕ ਦੇ ਉੱਤੇ। ਆਪਾਂ ਕਰਦੇ ਉਹਨਾਂ ਦੇ ਨਾਲ ਗੱਲਬਾਤ, ਉਹਨਾਂ ਕੋਲੋਂ ਪੁੱਛਦੇ ਆ ਕਿ ਹੁਣ ਸੁਪਰੀਮ ਕੋਰਟ ਦੇ ਵੀ ਆਰਡਰ ਆ ਗਿਆ ਤੇ ਕੈਪਟਨ ਸਾਹਿਬ ਵੀ ਕੁਝ ਕਹਿ ਰਹੇ ਆ ਕਿ ਉਹਨਾਂ ਦੇ ਕੀ ਪਲਾਨ ਆ ਤੇ ਕੀ ਕਰ ਰਿਹਾ। ਬਹੁਤ ਬਹੁਤ ਸਵਾਗਤ ਆ ਜੀ। ਪਹਿਲਾਂ ਤਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਹੁਣ ਸੁਪਰੀਮ ਕੋਰਟ ਦਾ ਵੀ ਆਰਡਰ ਆ ਗਿਆ ਕਿ ਸਾਨੂੰ ਰੇਲਵੇ ਟਰੈਕ ਛੱਡਣੇ ਪੈਣਗੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਅੱਜ ਕਿਹਾ ਵੀ ਕੋਲਾ ਪੰਜਾਬ 'ਚੋਂ ਖਤਮ ਹੋਣ ਜਾ ਰਿਹਾ, ਪੰਜਾਬ ਦੀ ਬਿਜਲੀ ਬੰਦ ਹੋ ਜਾਊਗੀ, 2 ਦਿਨ ਦੀ ਬਿਜਲੀ ਰਹਿ ਗਈ ਆ। ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਤੁਸੀਂ ਇਸ ਗੱਲ ਨੂੰ ਪਲੀਜ਼ ਦੱਸਿਓ। ਦੇਖੋ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ, ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸੰਕਟ ਤਾਂ ਸਾਡੇ ਤੇ ਆਇਆ ਨਾ, ਸਭ ਤੋਂ ਪਹਿਲਾਂ ਨੁਕਸਾਨ ਤਾਂ ਸਾਡਾ ਹੋਣਾ। ਜਿਹੜਾ ਬਿਜਲੀ ਵੀ ਯੂਜ਼ ਅਸੀਂ ਕਰਦੇ ਹਾਂ ਆਪਣੀ ਐਗਰੀਕਲਚਰ 'ਚ ਜਿਹੜਾ, ਤੇ ਦੂਜਾ ਜਿਹੜਾ ਖਾਦ ਬੀਜ ਨੇ ਜਾਂ ਕੋਇਲਾ ਉਹ ਸਾਡੇ ਵਾਸਤੇ ਆ। ਜੇ ਸਾਡੇ ਵਾਸਤੇ ਛੱਡਿਆ ਹੀ ਕੁਛ ਨਹੀਂ, ਆ ਜਿਹੜੇ ਕਾਲੇ ਕਾਨੂੰਨ ਆਉਂਦੇ ਨੇ ਸਾਡੇ ਸਾਰਾ ਕੁਝ ਤਹਿਸ ਨਹਿਸ ਹੋਣਾ, ਪੰਜਾਬ ਬਰਬਾਦ ਹੋਣ ਲੱਗਿਆ, ਬਰਬਾਦੀ ਦੇ ਕੰਢੇ ਤੇ ਆ ਹੁਣ। ਤਾਂ ਅਸੀਂ ਕੀ ਕਰਾਂਗੇ ਟ੍ਰੇਨਾਂ ਚਲਾ ਕੇ? ਅਸੀਂ ਤਾਂ ਮਤਲਬ ਬਰਬਾਦ ਹੀ ਹੋ ਗਏ ਆ। ਜਿਹੜਾ ਭਵਿੱਖ ਹੈ ਸਾਡੇ ਵਿੱਚੇ, ਆਪਣੇ ਆਉਣ ਵਾਲੀ ਪੀੜ੍ਹੀਆਂ ਨੇ, ਉਹਨਾਂ ਨੇ ਸਾਨੂੰ ਪੁੱਛਣਾ ਹੈ, ਆਉਣ ਵਾਲੀ ਪੀੜ੍ਹੀਆਂ ਨੇ ਵੀ ਤੁਸੀਂ ਕੀ ਕੀਤਾ, ਕੀ ਛੱਡਿਆ ਸਾਡੇ ਵਾਸਤੇ। ਤਾਂ ਅਸੀਂ ਤਾਂ ਇੱਥੇ ਸਿਰ ਧੜ ਦੀ ਬਾਜੀ ਲਾ ਕੇ ਬੈਠੇ ਹਾਂ। ਇਹ ਸਾਡਾ ਸੰਘਰਸ਼ ਹੈ, ਸ਼ਾਂਤਮਈ ਹੈ। ਇਹ ਅੰਦੋਲਨ ਜਾਰੀ ਰਹੇਗਾ, ਜਾਰੀ ਹੈ। ਇਹ ਆਪਾਂ ਰੈਗੂਲਰ ਜਾਰੀ ਰੱਖਾਂਗੇ। ਦੇਖੋ, ਸੁਪਰੀਮ ਕੋਰਟ ਹੈ ਉਹ ਜਿਹੜੀ ਸਾਡੀ ਨਿਆਂਪਾਲਿਕਾ, ਉਹਦਾ ਅਸੀਂ ਸਤਿਕਾਰ ਵੀ ਕਰਦੇ ਹਾਂ। ਲੇਕਿਨ ਜਦੋਂ ਸਾਡਾ ਸਾਰਾ ਕੁਝ ਹੀ ਤਹਿਸ ਨਹਿਸ ਕਰ ਰਹੇ ਹੋ ਰਿਹਾ ਤਾਂ ਉਹ ਸਾਡੇ ਕੋਲ ਅੱਗੇ ਕੋਈ ਚਾਰਾ ਵੀ ਹੈ ਨਹੀਂ। ਸੁਪਰੀਮ ਕੋਰਟ ਨੂੰ ਸੋਚਣਾ ਚਾਹੀਦਾ। ਤੇ ਤੁਸੀਂ ਤਾਂ ਬਾਪੂ ਜੀ 84 ਵੀ ਦੇਖੀ ਹੋਊਗੀ, ਜੋ ਸਾਡੇ ਦਿਲਾਂ 'ਚ ਇੱਕ ਡਰ ਬਣਦਾ ਜਾ ਰਿਹਾ। ਦੇਖੋ, ਜਿੱਦਾਂ ਕਹੀਏ ਵੀ ਮੋਦੀ ਸਰਕਾਰ ਤਾਂ ਟਸ ਤੋਂ ਮਸ ਨਹੀਂ ਹੋ ਰਹੀ, ਉਹ ਹਜੇ ਵੀ ਕਹਿ ਰਹੇ ਆ ਕਿ ਅਸੀਂ ਸਹੀ ਕੀਤਾ ਜੋ ਕੀਤਾ। ਵੀ ਜੇ ਆਪਾਂ ਇਦਾਂ ਟ੍ਰੇਨਾਂ ਰੋਕਦੇ ਰਹਾਂਗੇ, ਅਸੀਂ ਇਹ ਨਹੀਂ ਕਹਿੰਦੇ ਤੁਸੀਂ ਗਲਤ ਕਰ ਰਹੇ, ਅਸੀਂ ਕਹਿੰਦੇ ਸਹੀ ਕਰ ਰਹੇ ਹਾਂ। ਸਰਕਾਰ ਨੂੰ ਇਦਾਂ ਹੀ ਹਿਲਾਇਆ ਜਾ ਸਕਦਾ ਇਨਕਲਾਬ ਦੇ ਨਾਲ। ਬਟ ਉਹ ਕਿਤੇ ਨਾ ਕਿਤੇ ਫਿਰ ਸਾਨੂੰ ਡਰ ਆ ਵੀ ਆਪਣੇ ਪੰਜਾਬ 'ਚ ਐਮਰਜੈਂਸੀ ਨਾ ਲਾ ਦੇਣ, ਉੱਦਾਂ ਦੇ ਮਾਹੌਲ ਨਾ ਕਰ ਦੇਣ, ਫੌਜਾਂ ਨਾ ਆ ਜਾਣ। ਆਪਣਾ ਯੂਥ ਪਹਿਲੇ ਆਪਾਂ ਬਹੁਤ ਖੋਹ ਚੁੱਕੇ ਹਾਂ ਕਾਫੀ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਦੇਸ਼ ਦੇ ਵਿੱਚ ਲੋਕਤੰਤਰ ਦੀ ਸਰਕਾਰ ਹੈ, ਜਮਹੂਰੀਅਤ ਹੈ, ਔਰ ਕੋਈ ਵੀ ਕੰਮ ਹੈ ਜਿਹੜਾ, ਮੈਂ ਪੋਲੀਟੀਕਲ ਸਾਇੰਸ ਵੀ ਪੜ੍ਹੀ ਹੈ, ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਲੋਕਤੰਤਰ ਕਿੱਦਾਂ ਚੱਲਦਾ ਹੈ ਕਿ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਦੇਖੋ, ਇੱਕ ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਸਰਕਾਰ ਹੈ। ਕੋਈ ਵੀ ਫੈਸਲੇ ਉਹ ਲੋਕਾਂ ਦੇ ਹਿੱਤ 'ਚ ਹੋਣੇ ਚਾਹੀਦੇ ਆ, ਲੋਕਾਂ ਨੂੰ ਪੁੱਛਣਾ ਚਾਹੀਦਾ, ਉਹ ਰਾਏ ਮਸ਼ਵਰਾ ਹੋਣਾ ਚਾਹੀਦਾ। ਉਹ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ, ਉਹ ਇਹਦੇ ਵਾਸਤੇ ਭੇਜਦੇ ਹਾਂ ਵੀ ਉਹਨਾਂ ਦੀ ਗੱਲ ਸੁਣੀ ਜਾਵੇ, ਉੱਥੇ ਪੂਰਾ ਮੌਕਾ ਦਿੱਤਾ ਜਾਵੇ। ਇਹ ਜਿਹੜੇ ਬਿੱਲ ਪਾਸ ਕੀਤੇ ਨੇ, ਕਾਨੂੰਨ 'ਚ ਤਬਦੀਲ ਕੀਤੇ ਨੇ, ਉਹ ਜਵਾਨੀ ਵੋਟਿੰਗ ਨਾਲ ਕੀਤੇ ਨੇ। ਔਰ ਕਿਸੇ ਕਿਸਾਨ ਜਥੇਬੰਦੀ ਦਾ ਅੱਜ ਸਾਡੇ ਵਾਸਤੇ ਬਿੱਲ ਲਿਆਂਦੇ ਨੇ ਨਾ, ਜਿਨ੍ਹਾਂ ਨੂੰ ਕਹਿੰਦੇ ਨੇ ਕਿਸਾਨ ਦੇ ਹਿੱਤ 'ਚ ਨੇ, ਇਹ ਬਿਲਕੁਲ ਕਿਸਾਨ ਦੇ ਹਿੱਤ ਦੇ ਵਿੱਚ ਨਹੀਂ ਹੈਗੇ। ਇਹ ਜਿਹੜੇ ਕਾਨੂੰਨ ਬਣੇ ਨੇ ਤਾਂ ਇਹ ਅਸੀਂ ਇਹਨਾਂ ਦਾ ਵਿਰੋਧ ਵੀ ਕਰਦੇ ਹਾਂ। ਕਿਸਾਨਾਂ ਨੂੰ ਕਿਸੇ ਜਥੇਬੰਦੀ ਨੂੰ ਪੁੱਛਿਆ ਨਹੀਂ ਗਿਆ, ਭਰੋਸੇ 'ਚ ਨਹੀਂ ਲਿੱਤਾ ਗਿਆ, ਤਾਂ ਕਰਕੇ ਇਹ ਸਾਡਾ ਨੁਕਸਾਨ ਹੋਇਆ। ਹੁਣ ਸਰਕਾਰ ਜੋ ਮਰਜ਼ੀ ਕਹੀ ਜਾਵੇ। ਮੈਂ ਇਹ ਗੱਲ ਅੱਜ ਆਪਾਂ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਹਾਂ ਵੀ ਸਰਕਾਰ ਬੁਰੀ ਆ, ਬੁਰੀ ਆ, ਬੁਰੀ ਆ। ਅਸੀਂ ਮੰਨ ਗਏ ਬੁਰੀ ਆ, ਮੈਂ ਮੰਨਦਾ, ਸਾਰਿਆਂ ਨਾਲ ਸਹਿਮਤ ਆ। ਪਰ ਸਰਕਾਰ ਨੂੰ ਬਣਾਉਣ ਵਾਲੇ ਤਾਂ ਆਪਾਂ ਹੀ ਆ ਜੀ। ਮੈਨੂੰ ਇਹ ਗੱਲ ਸਮਝ ਨਹੀਂ ਆਈ ਵੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਦ ਦੇ ਵੀ ਅਸੀਂ ਸੁਰਤ ਸੰਭਾਲੀ ਕਹਿੰਦੇ ਸਰਕਾਰ ਮਾੜੀ ਆ ਜੀ, ਮਾੜੀ ਆ। ਤੁਸੀਂ ਤਾਂ ਸਾਡੇ ਨਾਲੋਂ ਬਹੁਤ ਜ਼ਿਆਦੀਆਂ ਸਰਕਾਰਾਂ ਦੇਖੀਆਂ ਹੋਊਗੀਆਂ। ਕੋਈ ਸਾਡੀ ਨਵੀਂ ਪੀੜ੍ਹੀ ਨੂੰ ਦੱਸੋ ਤੁਸੀਂ ਵੀ ਆਪਾਂ ਫਿਰ ਇਹਨੂੰ ਕਿੱਦਾਂ ਬਦਲ ਸਕਦੇ ਹਾਂ, ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ? ਦੇਖੋ, ਅਸੀਂ ਕਈ ਮੈਮੋਰੰਡਮ ਵੀ ਦਿੱਤੇ ਨੇ ਸਰਕਾਰਾਂ ਨੂੰ, ਸਿੱਧੇ ਵੀ ਦਿੱਤੇ ਨੇ ਤੇ ਗਵਰਨਰ ਰਾਹੀਂ ਵੀ ਦਿੱਤੇ ਨੇ। ਅਸੀਂ ਕਹਿੰਦੇ ਵੀ ਆ ਜਿਹੜਾ ਸਾਨੂੰ ਝੂਠ ਬੋਲ ਕੇ ਠੱਗਿਆ ਜਾਂਦਾ ਹਰ ਵਾਰੀ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ, ਭਾਵੇਂ ਲੋਕ ਸਭਾ ਦੀ ਹੋਵੇ, ਭਾਵੇਂ ਵਿਧਾਨ ਸਭਾ ਦੀ ਹੋਵੇ ਕਿਸੇ ਸਟੇਟ ਦੇ ਵਿੱਚ, ਤਾਂ ਇਹਦਾ ਇੱਕ ਕਾਨੂੰਨ ਕਾਇਦਾ ਹੋਣਾ ਚਾਹੀਦਾ ਕਿ ਜਿਹੜਾ ਮੈਨੀਫੈਸਟੋ ਬਣਦਾ ਹੈ ਉਹ ਲੀਗਲ ਡਾਕੂਮੈਂਟ ਹੋਵੇ। ਉਹ ਸਾਡੇ ਮਤਲਬ ਨਾਲ ਫਿਰ ਖਿਲਵਾੜ ਨਾਲ ਝੂਠ ਬੋਲ ਕੇ ਸਰਕਾਰਾਂ ਬਣਦੀਆਂ ਨੇ। ਇਹ ਸਾਰਾ ਕੁਝ ਤਾਂ ਕਰਕੇ ਤਾਂ ਸਾਨੂੰ ਕਹਿਣਾ ਪੈਂਦਾ ਵੀ ਇਹ ਸਰਕਾਰਾਂ ਝੂਠੀਆਂ ਨੇ। ਮਤਲਬ ਇਹਦਾ ਕਨਕਲੂਜਨ ਤੁਸੀਂ ਇਹ ਕੱਢਦੇ, ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀ ਜਿਹੜਾ ਨਹੀਂ ਮੈਨੀਫੈਸਟੋ ਰੱਖਣਾ ਹੁੰਦਾ ਆ ਉਹ ਲੀਗਲ ਡਾਕੂਮੈਂਟ ਹੋਵੇ ਤੇ ਵੀ ਮਤਲਬ ਉਹਦੇ ਉੱਤੇ ਜੋ ਉਹਨਾਂ ਨੇ ਉਹਦੇ ਵਿੱਚ ਲਿਖ ਦਿੱਤਾ ਤੇ ਉਹ ਲੀਗਲੀ ਅਪਰੂਵਡ ਹੋਵੇ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਵੇ। ਉਹ ਦੇਖੋ, ਪੀਰੀਅਡ ਦੇ ਵਿੱਚ ਜਿਵੇਂ ਕੋਈ ਉਹਨਾਂ ਨੇ ਕਿਹਾ ਵੀ ਅਸੀਂ ਇਹ ਦੇਵਾਂਗੇ, ਸਾਡੀ ਸਰਕਾਰ ਬਣਾ ਦਿਓ, ਕੋਈ ਵੀ ਪਾਰਟੀ ਹੈ, ਉਹਦਾ ਇੱਕ ਪੀਰੀਅਡ ਹੋਣਾ ਨਿਸ਼ਚਿਤ ਕੀਤਾ ਜਾਵੇ, ਟਾਈਮ ਬਾਉਂਡ ਕੀਤਾ ਜਾਵੇ। ਉਹ ਟਾਈਮ ਦੇ ਆਧਾਰ ਤੇ ਉਹਨੂੰ ਲਾਗੂ ਕੀਤਾ ਜਾਵੇ। ਜੋ ਵੀ ਮੈਨੀਫੈਸਟੋ ਕੋਈ ਪਾਰਟੀ ਦਿੰਦੀ ਹੈ ਸਰਕਾਰ ਬਣਨ ਤੋਂ ਉਪਰੰਤ, ਉਹ ਜੇ ਨਹੀਂ ਕਰਦੀ ਤਾਂ ਉਹਦਾ ਫਿਰ ਇੱਕ ਉਹ ਅਧਿਕਾਰ ਹੋਣਾ ਚਾਹੀਦਾ ਗਵਰਨਰ ਨੂੰ ਕਿ ਉਸ ਸਰਕਾਰ ਨੂੰ ਭੰਗ ਕਰਕੇ ਦੁਬਾਰੇ ਚੋਣਾਂ ਕਰਾਈਆਂ ਜਾਣ।
ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ, ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਦੱਸੋ। ਵੈਸੇ ਤਾਂ ਆਪਾਂ ਇਸ ਮੋਰਚੇ 'ਤੇ ਤਾਂ ਬੈਠੇ ਹਾਂ ਕਿ ਮੋਰਚਾ ਫਤਿਹ ਹੀ ਹੋਵੇ ਤੇ ਹੋਣਾ ਹੀ ਚਾਹੀਦਾ। ਜੇ ਇੰਨੇ ਲੋਕ ਦਿਲੋਂ ਲੱਗੇ ਹੋ ਤਾਂ ਰੱਬ ਕਦੇ ਵੀ ਖਾਲੀ ਨਹੀਂ ਮੋੜਦਾ ਉਸ ਚੀਜ਼ ਨੂੰ। ਬਟ ਜਿੰਨਾ ਕੁ ਆਪਾਂ ਸਰਕਾਰ ਨੂੰ ਵੀ ਜਾਣਦੀ ਹੈ, ਸਰਕਾਰ ਕਹੂਗੀ ਵੀ ਜੇ ਅੱਜ ਮੈਂ ਇੱਕ ਕਾਨੂੰਨ ਬਣਾਇਆ, ਅੱਜ ਲੋਕਾਂ ਨੇ ਵਿਦਰੋਹ ਕਰ ਦਿੱਤਾ ਤਾਂ ਮੈਨੂੰ ਵਾਪਸ ਲੈਣਾ ਪੈ ਗਿਆ, ਕੱਲ੍ਹ ਨੂੰ ਮੈਂ ਹੋਰ ਬਣਾਉਂਗੀ ਤਾਂ ਫਿਰ ਲੋਕ ਵਿਦਰੋਹ ਕਰਨਗੇ। ਇਸ ਕਰਕੇ ਸਰਕਾਰ ਕਹੂਗੀ ਮੇਰੀ ਤਾਂ ਕੋਈ ਪਾਵਰ ਨਹੀਂ ਹੈਗੀ। ਕੀ ਲੱਗਦਾ ਵੀ ਹੁਣ ਸਰਕਾਰ ਅੱਗੇ ਕੀ ਕਰੂਗੀ, ਵੀ ਕੀ ਚਾਂਸ ਲੱਗਦੇ ਵੀ ਜਾਂ ਕਿੰਨਾ ਕੁ ਚਿਰ ਸਾਨੂੰ ਹੋਰ ਇੱਥੇ ਬੈਠਣਾ ਪਊਗਾ? ਕਿਉਂਕਿ ਹੁਣ ਆਪਾਂ ਝੋਨੇ ਦੀ ਵਢਾਈ ਕਰ ਰਹੇ ਹਾਂ, ਮੂਹਰੇ ਕਣਕ ਵੀ ਬੀਜਣੀ ਆ। ਜੇ ਆਪਾਂ ਹੁਣ ਇੱਥੇ ਧਰਨਿਆਂ ਤੇ ਬੈਠੇ ਰਹਾਂਗੇ ਸਾਡਾ ਉਧਰੋਂ ਵੀ ਨੁਕਸਾਨ ਹੋਊਗਾ। ਦੇਖੋ ਗੱਲ ਇਸ ਤਰ੍ਹਾਂ ਹੈ, ਇਹ ਸੋਚੀ ਸਮਝੀ ਸਾਜ਼ਿਸ਼ ਹੈ ਸਰਕਾਰ ਦੀ। ਜਿਹੜੇ ਹੁਣ ਕਾਲੀ 'ਚ ਬਿੱਲ ਲਿਆਂਦੇ ਨੇ, ਸਾਡਾ ਵਾਢੀ ਦਾ ਟਾਈਮ ਵੀ ਹੈ, 2 ਫਸਲਾਂ ਦਾ ਸਿਰ ਜੁੜਦਾ ਇਸ ਟਾਈਮ, ਆਪਾਂ ਨਾਲ ਬਿਜਾਈ ਵੀ ਕਰਨੀ ਹੈ। ਔਰ ਜਿਹੜਾ ਹੁਣ ਸਾਡਾ ਖਰੀਦ ਦਾ ਜਿਹੜਾ 1 ਅਕਤੂਬਰ ਤੋਂ ਸ਼ੁਰੂ ਹੁੰਦਾ ਸੀ, ਉਹ ਉਹਨਾਂ ਨੇ 26 ਅਕਤੂਬਰ ਤੋਂ ਸ਼ੁਰੂ ਕਰ ਦਿੱਤਾ। ਜਦ ਅਸੀਂ ਪਹਿਲਾਂ ਡਿਮਾਂਡ ਕਰਦੇ ਰਹੇ ਹਾਂ ਵੀ ਸਾਡਾ 15 ਤੋਂ ਕਰ ਦਿਓ ਤੁਸੀਂ, ਝੋਨਾ ਸਾਡਾ ਗੇਤਾ ਆ ਗਿਆ, ਉਹਨਾਂ ਨੇ ਨਹੀਂ ਸਾਡੀ ਗੱਲ ਸੁਣੀ। ਜਦੋਂ ਅਸੀਂ ਸੰਘਰਸ਼ ਦਾ ਬਿਗਲ ਵਜਾਇਆ ਤਾਂ ਉਹਨੇ ਸਾਡੇ ਸੰਘਰਸ਼ ਨੂੰ ਤਾਰ ਪਿੱਡੋ ਕਰਨ ਦੇ ਲਈ 4 ਦਿਨ ਅਲਾਉਂਸ ਪਹਿਲਾਂ ਕਰ ਦਿੱਤਾ। ਔਰ ਜਿਹੜਾ ਇੱਕ MSP ਵੀ ਕਣਕ ਦੇ ਲਈ ਜੋ 1 ਮਹੀਨਾ ਬਾਅਦ ਹੁੰਦਾ ਕਣਕ ਦੀ ਬਿਜਾਈ ਤੋਂ ਬਾਅਦ, ਉਹ ਸਾਰਾ ਡਾਟਾ ਲਿਆ ਜਾਂਦਾ ਹੈ ਵੀ ਕਿੰਨੇ ਲੱਖ ਹੈਕਟੇਅਰ ਦੇ ਵਿੱਚ ਜਿਹੜੀ ਕਣਕ ਦੀ ਬਿਜਾਈ ਹੋ ਗਈ ਹੈ। ਉਹ ਤੋਂ ਬਾਅਦ ਹੀ ਉਹ ਭਾਅ ਤੈਅ ਹੁੰਦੇ ਨੇ। ਅਜੇ ਕੋਈ ਸਰਕਾਰ ਦੇ ਕੋਲ ਡਾਟਾ ਨਹੀਂ, ਉਹ ਤੋਂ ਬਾਅਦ ਹੀ ਉਹ ਕਹਿੰਦੇ ਨੇ ਵੀ ਇੰਨੇ 'ਚ ਬਿਜ ਗਿਆ, ਇਹ ਰੇਟ ਹੈ, ਇੰਨੀ ਇਹਦੀ ਪ੍ਰੋਡਕਸ਼ਨ ਹੋ ਜਾਣੀ ਹੈ। ਉਹ ਉਹਨਾਂ ਨੇ ਸਾਨੂੰ ਇਹ ਸੰਘਰਸ਼ ਨੂੰ ਢਾਹ ਲਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ। ਔਰ ਜਿਹੜਾ ਇਹ ਤੁਸੀਂ ਕਹਿੰਦੇ ਹੋ, ਇਹ ਤਾਂ ਗੁਰੂ ਨਾਨਕ ਦੇਵ ਜੀ ਨਾਮ ਦੇ ਵੱਲ ਕੌਮ ਹੈ, ਸਾਨੂੰ ਭਰੋਸਾ ਹੈ ਉਹਨਾਂ 'ਤੇ, ਅਕਾਲ ਪੁਰਖ 'ਤੇ। ਔਰ ਇਹ ਜੋ ਜੇ ਕਾਨੂੰਨ ਬਣਾਏ ਨੇ, ਔਰ ਪਹਿਲਾਂ ਵੀ ਕਾਨੂੰਨ ਇਹ ਨਹੀਂ ਹੈ ਕਿ ਬਣੇ ਕਾਨੂੰਨ ਰੱਦ ਨਹੀਂ ਹੋਏ, ਉਹ ਵਾਪਸ ਵੀ ਹੋਏ ਨੇ, ਹੁਣ ਵੀ ਹੋਣਗੇ। ਤੇ ਸਾਨੂੰ ਪੂਰਨ ਭਰੋਸਾ ਹੈ, ਅਕਾਲ ਪੁਰਖ ਤੇ ਭਰੋਸਾ ਹੈ। ਅਕਾਲ ਪੁਰਖ ਦੀ ਮੌਜ ਦੇ ਵਿੱਚ ਰਹਿ ਕੇ ਅਸੀਂ ਇਹ ਸ਼ਾਂਤਮਈ ਅੰਦੋਲਨ ਕਰਨੇ ਆ ਔਰ ਕਰਦੇ ਰਹਾਂਗੇ। ਤੇ ਇਹ ਹੁਣ ਅਣਮਿੱਥੇ ਸਮੇਂ ਲਈ ਹੀ ਬੈਠੇ ਪਏ ਸੀ। ਅਸੀਂ ਤਾਂ ਕਹਿੰਦੇ ਹਾਂ ਹੋਰ ਅਗਲੇ ਪਲ ਹੀ ਵਾਪਸ ਹੋ ਜਾਣ, ਬਟ ਫਿਰ ਵੀ ਆਪਾਂ ਦੂਜੀ ਪੱਖ ਵੀ ਆਪਾਂ ਨੂੰ ਸੋਚ ਕੇ ਚੱਲਣਾ ਹੀ ਪੈਂਦਾ ਹੈ। ਕੋਈ ਸੋਚ ਕੇ ਰੱਖਿਆ ਜਾਂ ਅਣਮਿੱਥੇ ਸਮੇਂ ਲਈ ਹੀ ਹੁਣ ਆਪਾਂ ਬੈਠ ਗਏ ਹਾਂ? ਇਹ ਅਣਮਿੱਥੇ ਸਮੇਂ ਲਈ ਹੈ। ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਸਰਕਾਰ ਕਰਦੀ, ਉਦੋਂ ਤੱਕ ਅਸੀਂ ਇੱਥੇ ਬੈਠੇ ਹਾਂ ਪੱਕੇ ਤੌਰ 'ਤੇ। ਇੱਕ ਗੱਲ ਹੋਰ ਇਹ ਹੋ ਰਹੀ ਆ, ਕੋਈ ਮੈਂ ਨੈਗੇਟਿਵਿਟੀ ਦੀ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਡੇ ਕੋਲੋਂ ਹੀ ਜਾਣਨਾ ਚਾਹੁੰਦਾ ਆ ਵੀ ਇੱਕ ਨਾ ਫੇਸ ਹੋਣਾ ਚਾਹੀਦਾ, ਅੱਗੇ ਫਰੰਟ ਤੇ ਬੰਦਾ ਹੋਣਾ ਚਾਹੀਦਾ। ਕਹਿੰਦੇ ਨਾ ਵੀ ਕੋਈ ਵੀ ਜੰਗ ਜਿੱਤਣੀ ਪੈਂਦੀ ਆ ਤਾਂ ਰਾਜਾ ਹੋਣਾ ਚਾਹੀਦਾ, ਇੱਕ ਬੰਦਾ ਵੀ ਰਾਜਾ ਹੋਵੇ। ਕਿਉਂਕਿ ਜਦੋਂ ਰਾਜਾ ਮਰ ਜਾਂਦਾ ਸੀ, ਮੈਂ ਸੋਚਦਾ ਹੁੰਦਾ ਸੀ ਵੀ ਕੱਲ੍ਹ ਹੀ ਫੌਜ ਕੱਲ੍ਹ ਹੀ ਭੱਜ ਜਾਂਦੀ, ਬਾਕੀ ਤਾਂ ਲੜ ਸਕਦੇ ਆ, ਬਟ ਕਹਿੰਦੇ ਨਹੀਂ, ਰਾਜਾ ਹੀ ਆ ਜਿਹੜਾ ਭੂਮਿਕਾ ਬੰਦਾ। ਇੱਥੇ ਹਰ ਇੱਕ ਜਿਹਦੇ ਕੋਲ ਵੀ ਆਪਾਂ ਬੈਠਦੇ ਆ, ਤੁਹਾਡੀ ਰਾਏ ਆ, ਉਸ ਬੰਦੇ ਦੀ ਹੋਰ ਰਾਏ ਆ, ਉਹਦੀ ਹੋਰ ਰਾਏ ਆ। ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ, ਆਮ ਬੰਦੇ ਨੂੰ ਵੀ ਅਸੀਂ ਕਿਹਦੀ ਗੱਲ ਸੁਣੀਏ ਜਾਂ ਕਿਹਦੀ ਨਹੀਂ ਸੁਣੀਏ, ਵੀ ਇਹ ਪ੍ਰੋਬਲਮ ਦਾ ਹੱਲ ਕੀ ਹੈ ਆਪਣੇ ਕੋਲ। ਕਿਉਂਕਿ ਇੱਕ ਬੰਦਾ ਤਾਂ ਆਪਾਂ ਨੂੰ ਚਾਹੀਦਾ ਨਾ ਜਿਹੜਾ ਸਾਡੀ ਗੱਲ ਸਰਕਾਰ ਤੱਕ ਰੱਖ ਸਕੇ। ਜੀ ਹੁਣ ਆਪਾਂ ਗੱਲ ਕਰੀਏ, ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ, ਉਹ ਤਾਂ ਇਹ ਗੱਲ ਕਹਿ ਰਹੇ ਆ ਜੀ, ਉਹਨਾਂ ਨੇ ਤਾਂ ਹੁਣ ਸੈਸ਼ਨ ਬੁਲਾਉਣ ਤੋਂ ਵੀ ਮਨਾ ਕਰ ਦਿੱਤਾ। ਠੀਕ ਹੈ ਜੀ, ਆਪਾਂ ਛੱਡ ਦਈਏ ਵੀ ਉਹਨਾਂ ਨੇ ਤਾਂ ਨਹੀਂ ਕਰਨਾ, ਇਹ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੇ ਨਹੀਂ ਕਰਨਾ। ਉਹ ਬੇਸ਼ੱਕ ਕਹਿ ਦੇਣ ਅਸੀਂ ਮਜਬੂਰ ਆ, ਉਹ ਸਹੀ ਹੈ ਜਾਂ ਗਲਤ ਉਹ ਪੁਆਇੰਟ ਨਹੀਂ ਹੈ, ਕਿਉਂਕਿ ਦੁੱਖ ਇਸ ਟਾਈਮ ਸਾਨੂੰ ਆ। ਮੈਂ ਚਾਹੁੰਦਾ ਵੀ ਉਹ ਤੁਹਾਨੂੰ ਲੱਗਦਾ ਕੋਈ ਚਿਹਰਾ ਹੈ ਜਿਹਨੂੰ ਸਾਹਮਣੇ ਆਉਣਾ ਚਾਹੀਦਾ, ਜਾਂ ਇੱਕ ਬੰਦਾ ਹੋਵੇ ਜਿਹੜਾ ਸਾਡੀ ਗੱਲ ਉੱਥੇ ਤੱਕ ਪਹੁੰਚਾਵੇ। ਕਿਉਂਕਿ ਹੁਣ ਸਾਨੂੰ ਸੈਂਟਰ ਨੇ ਬੁਲਾਇਆ, ਆਪਾਂ ਨਹੀਂ ਗਏ। ਇਹ ਦੱਸੋ ਤੁਸੀਂ ਮੈਨੂੰ। ਦੇਖੋ, ਇਹ ਜਿਹੜੀ ਸਰਕਾਰ ਦੀ ਗੱਲ ਹੈ, ਉਹ ਸਰਕਾਰ ਦੀ ਜਿਹੜੀ ਗੱਲ ਕਰਦੀ ਗੱਲ ਹੈ, ਉਹ ਉਹਨਾਂ ਦੀ ਕੋਈ ਆਪਣੀ ਮਜਬੂਰੀ ਹੋ ਸਕਦੀ ਹੈ, ਉਹ ਨਹੀਂ ਕਰਦੇ, ਉਹ ਉਹਨਾਂ ਦੀ ਮਜਬੂਰੀ, ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਲੇਕਿਨ ਅਸੀਂ ਉਹਨਾਂ ਨੇ ਮੀਟਿੰਗ ਦਿੱਤੀ ਸੀ, ਸਾਨੂੰ ਸਾਰੀ ਜਥੇਬੰਦੀਆਂ ਨੂੰ ਚੰਡੀਗੜ੍ਹ ਬੁਲਾਇਆ ਔਰ ਉਹਦੇ 'ਚ ਭਰੋਸਾ ਵੀ ਦਿੱਤਾ ਸੀ ਵੀ ਅਸੀਂ ਇੱਕ ਉਹ ਸੈਸ਼ਨ ਬੁਲਾ ਕੇ ਸਰ ਪਾਰਟੀ ਮੀਟਿੰਗ ਦਾ ਉਹਦੇ 'ਚ ਇੱਕ ਮਤਾ ਲਿਆਵਾਂਗੇ। ਲੇਕਿਨ ਸਰਕਾਰ ਉਹ ਤੋਂ ਟਲਦੀ ਨਜ਼ਰ ਆ ਰਹੀ ਹੈ। ਉਹਦਾ ਦੁਬਾਰਾ ਅਸੀਂ ਮੀਟਿੰਗ ਕਰਕੇ ਸਰਕਾਰ ਨੂੰ ਫੇਰ ਕਿਹਾ ਵੀ 1 ਹਫ਼ਤੇ ਦੇ ਵਿੱਚ ਇਹ ਮਤਾ ਪਾਇਆ ਜਾਵੇ, ਤਾਂ ਸਰਕਾਰ ਉਹ ਤੋਂ ਵੀ ਭੱਜਦੀ ਨਜ਼ਰ ਆ ਰਹੀ ਹੈ। ਉਹ ਸਰਕਾਰ ਆਪਣੀ ਮਜਬੂਰੀ ਆਪ ਜਾਣਦੀ ਹੈ, ਅਸੀਂ ਨਹੀਂ ਜਾਣਦੇ। ਗੱਲ ਜਿਹੜੀ ਦੂਜੀ ਹੈ, ਇੱਕ ਲੀਡਰ ਸਾਡੀ ਇੱਕ ਕੱਤੇ ਜਥੇਬੰਦੀਆਂ ਦਾ ਇੱਕ ਰਲੇਵਾ ਸਾਡਾ ਹੋਇਆ, ਸਾਂਝਾ ਫਰੰਟ ਹੈ। ਉਹ ਜਿਹੜੀ ਗੱਲ ਹੈ ਉਹ ਆਪਾਂ ਤਾਂ ਹੀ ਕਰਾਂਗੇ ਜੇ ਸਾਡੇ ਕੋਲ ਏਜੰਡਾ ਕੋਈ ਸਰਕਾਰ ਭੇਜੇ ਵੀ ਇਸ ਏਜੰਡੇ ਤੇ, ਔਰ ਜਿਹੜੇ ਏਜੰਡੇ ਤੇ ਗੱਲ ਕਰਨ ਵਾਲੀ ਅੱਗੇ ਕੋਈ ਉਹ ਲੀਡਰਸ਼ਿਪ ਹੈ ਸਰਕਾਰ ਦੀ, ਭਾਵੇਂ ਪ੍ਰਧਾਨ ਮੰਤਰੀ ਹੈ, ਭਾਵੇਂ ਉਹਨਾਂ ਦਾ ਕੋਈ ਕੈਬਨਿਟ ਦਾ ਕੋਈ ਪੈਨਲ ਹੈ, ਉਹਦਾ ਕੋਲ ਕੋਈ ਅਧਿਕਾਰ ਹੋਵੇ ਸਾਡੀ ਗੱਲ ਸੁਣ ਕੇ ਉਹਦਾ ਫੈਸਲਾ ਕਰਨ ਦਾ, ਤਾਂ ਹੀ ਗੱਲ ਕਰਨ ਦਾ ਫਾਇਦਾ ਹੈ। ਉਹ ਜਿਹੜਾ ਹੁਣ ਸਾਨੂੰ ਸੱਦਾ ਆਇਆ ਸੀ ਐਗਰੀਕਲਚਰ ਉਹਦਾ ਸਕੱਤਰ ਦਾ, ਉਹ ਅਸੀਂ ਤਾਂ ਹੀ ਨਹੀਂ ਗੱਲ ਕੀਤੀ ਉਹਨਾਂ ਨਾਲ, ਕਿਉਂਕਿ ਉਹਨਾਂ ਦੇ ਕੋਲ ਕੋਈ ਅਧਿਕਾਰ ਹੈ ਨਹੀਂ। ਉਹਨਾਂ ਨੇ ਸਾਡੀ ਗੱਲ ਸੁਣ ਲੈਣੀ ਹੈ, ਉਹ ਕਹਿੰਦੇ ਨਾ ਵੀ ਮੈਂ ਸਰਕਾਰ ਤੱਕ ਪਹੁੰਚਾ ਦੂੰ, ਉਹਦਾ ਜਾਣਦਾ ਅਸੀਂ ਲਾਭ ਨਹੀਂ ਸਮਝਿਆ, ਤਾਂ ਕਰਕੇ ਅਸੀਂ ਮਨਾ ਕਰਤਾ। ਲੇਕਿਨ ਅਸੀਂ ਗੱਲ ਤੋਂ ਕਰਨ ਤੋਂ ਨਹੀਂ ਮੁੱਕਰਦੇ। ਕੋਈ ਸਰਕਾਰ ਕੋਈ ਪੁਖਤਾ ਪ੍ਰਬੰਧ ਕਰੇ, ਏਜੰਡਾ ਰੱਖੇ, ਕੋਈ ਉਹਨੂੰ ਅਧਿਕਾਰ ਹੋਵੇ ਸਾਡੀ ਗੱਲ ਸੁਣ ਕੇ ਫੈਸਲਾ ਕਰਨ ਦਾ, ਤਾਂ ਅਸੀਂ ਗੱਲ ਕਰਨ ਨੂੰ ਤਿਆਰ ਨਹੀਂ ਮੁੱਕਰਦੇ ਅਸੀਂ।
ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਤੇ ਸਾਨੂੰ ਮਾਣ ਆ ਤੁਹਾਡੇ ਉੱਤੇ ਵੀ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਸਿਖਾ ਰਹੇ ਆ ਵੀ ਜਦੋਂ ਸਾਡੇ ਤੇ ਕੋਈ ਵਿਪਤਾ ਪੈਂਦੀ ਆ ਤਾਂ ਜ਼ਰੂਰੀ ਨਹੀਂ ਕਿ ਹਥਿਆਰ ਹੀ ਚੱਕਣਾ ਆ, ਸਮਝ ਨਾਲ ਏਕੇ ਨਾਲ ਅਸੀਂ ਉਸ ਮੈਦਾਨ ਨੂੰ ਵੀ ਜਿੱਤ ਸਕਦੇ ਹਾਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ। ਮੈਂ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੁਸੀਂ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਈ ਹੈ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਦੇਖਦੇ ਰਹੋ ਬਾਈ ਜੀ ਟੀਵੀ, ਸਭ ਨੂੰ ਪਿਆਰ ਭਰੀ।